ਤੁਸੀਂ ਕਦੇ ਮਤਲਬ ਕਾਂਗਰਸ ਦੇ ਕਿਸੇ ਸੀਨੀਅਰ ਲੀਡਰ ਨੂੰ ਦੱਸਿਆ ਨਹੀਂ ਵੀ ਐਸਐਚਓ ਸਾਡੀ ਗੱਲ ਨਹੀਂ ਸੁਣਦਾ? ਮੈਂ ਜੀ ਮੰਤਰੀ ਸਾਹਿਬ ਨੂੰ ਵੀ ਦੱਸਿਆ ਜੀ। ਮੰਤਰੀ ਸਾਹਿਬ ਦੀ ਤੱਕ ਉਹਨਾਂ ਨੇ ਜੀ ਰਿਸਪੈਕਟ ਨਹੀਂ ਕੀਤੀ ਜੀ। ਜਿਸ ਦਿਨ ਜੀ ਲੜਕੀ ਨੂੰ ਫੜ ਕੇ ਲੈ ਕੇ ਗਏ ਨੇ ਜਦੋਂ ਲੇਡੀਜ਼ ਜੀ ਅੱਗੇ ਹੋ ਕੇ ਕੰਮ ਕਰਦੀਆਂ ਨੇ, ਜਦ ਲੇਡੀਜ਼ ਦੀ ਰਿਸਪੈਕਟ ਨਹੀਂ ਹੋਊ ਫਿਰ ਲੇਡੀਜ਼ ਤਾਂ ਜੀ ਘਰ ਤੱਕ ਹੀ ਸੀਮਤ ਰਹਿਣਗੀਆਂ, ਬਾਹਰ ਥੋੜ੍ਹੋ ਨਿਕਲਣਗੀਆਂ ਜੀ। ਜਦੋਂ ਕੋਈ ਵੀ ਮੁਲਾਜ਼ਮ ਨੂੰ ਫੋਨ ਲਾਉਣੇ ਜੀ ਕਦੇ ਨਹੀਂ ਚੱਕਦੇ। ਐਸਐਚਓ ਸਾਹਿਬ ਤਾਂ ਖਾਸ ਕਰਕੇ ਜੀ ਕਦੇ ਚੱਕਦੇ ਹੀ ਨਹੀਂ ਹੈਗੇ। ਉਹਨਾਂ ਨੇ ਜੀ ਜਦੀ ਕਿਹਾ ਵੀ ਚੱਲ ਸਰਪੰਚ ਤੂੰ ਵੀ ਹਾਵਲਤ ਚ ਚੱਲ ਜੀ। ਵੀ ਇੱਕ ਲੇਡੀ ਸਰਪੰਚ ਨਾਲ ਜੇ ਇਸ ਤਰ੍ਹਾਂ ਹੁੰਦਾ ਵੀ ਇਹਨੂੰ ਅੰਦਰ ਕਰ ਦਿਓ ਨਾ, ਉੱਥੇ ਇਹਨਾਂ ਦੇ ਦੱਸਣ ਮੁਤਾਬਕ ਕੋਈ ਲੇਡੀ ਸਟਾਫ ਤੇ ਉਹਨੇ ਏਐਸਆਈ ਜਿਹੜਾ ਚਮਕੌਰ ਸਿੰਘ ਹੈ ਵੀ ਉਹਨੇ ਦਬਕੇ ਵੀ ਮਾਰੇ ਨੇ। ਰੋਹਟੀ ਛੰਨਾ ਦੀ ਮਹਿਲਾ ਸਰਪੰਚ ਗੁਰਪ੍ਰੀਤ ਕੌਰ ਦੀ ਪੁਲਿਸ ਥਾਣੇ ਵਿੱਚ ਪੁਲਿਸ ਵੱਲੋਂ ਉਸ ਵੇਲੇ ਬੇਇੱਜ਼ਤੀ ਕੀਤੀ ਗਈ ਜਦੋਂ ਉਹ ਆਪਣੇ ਪਿੰਡ ਦੇ ਕਿਸੇ ਮਸਲੇ ਬਾਰੇ ਥਾਣਾ ਦੇ ਅਧਿਕਾਰੀਆਂ ਨੂੰ ਮਿਲਣ ਗਈ। ਇਹ ਗੱਲ ਖੁਦ ਮਹਿਲਾ ਸਰਪੰਚ ਵੱਲੋਂ ਕਹੀ ਗਈ ਹੈ। ਮਹਿਲਾ ਸਰਪੰਚ ਦਾ ਆਰੋਪ ਹੈ ਕਿ ਜਦੋਂ ਉਹ ਥਾਣੇ ਵਿੱਚ ਗਈ ਤਾਂ ਏਐਸਆਈ ਚਮਕੌਰ ਸਿੰਘ ਨੇ ਉਸ ਨੂੰ ਦਬਕੇ ਮਾਰੇ ਅਤੇ ਪੁਲਿਸ ਅਧਿਕਾਰੀਆਂ ਨੂੰ ਮਹਿਲਾ ਸਰਪੰਚ ਨੂੰ ਹਵਾਲਾਤ ਵਿੱਚ ਡੱਕਣ ਦੀ ਗੱਲ ਕਹੀ, ਜਿਸ ਤੋਂ ਬਾਅਦ ਰੋਸ਼ ਜਤਾਉਂਦੇ ਹੋਏ ਪਿੰਡ ਰੋਟੀ ਛੰਨਾ ਵਿੱਚ ਨੇੜੇ ਤੇੜੇ ਦੇ 8 ਪਿੰਡਾਂ ਦੇ ਸਰਪੰਚਾਂ ਨੇ ਇਕੱਠੇ ਹੋ ਕੇ ਮਹਿਲਾ ਸਰਪੰਚ ਦੀ ਹੋਈ ਬੇਇੱਜ਼ਤੀ ਤੇ ਰੋਸ਼ ਜਤਾਉਂਦਿਆਂ ਉਹਨਾਂ ਨੇ ਕਿਹਾ ਕਿ ਇਸ ਵੇਲੇ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਹੈ ਅਤੇ ਅਸੀਂ ਲੋਕਾਂ ਵੱਲੋਂ ਚੁਣੇ ਗਏ ਨੁਮਾਇੰਦੇ ਹਾਂ। ਸਾਡੀ ਮਹਿਲਾ ਸਰਪੰਚ ਦੀ ਪੁਲਿਸ ਵੱਲੋਂ ਥਾਣਾ ਵਿੱਚ ਬੇਇੱਜ਼ਤੀ ਕੀਤੀ ਗਈ ਹੈ, ਜੋ ਕਿ ਗਲਤ ਹੈ। ਜੇਕਰ ਪੁਲਿਸ ਸਾਡੇ ਸਰਪੰਚਾਂ ਦੀ ਬੇਇੱਜ਼ਤੀ ਕਰ ਸਕਦੀ ਹੈ ਤਾਂ ਆਮ ਜਨਤਾ ਦੀ ਤਾਂ ਥਾਣਿਆਂ ਵਿੱਚ ਸੁਣਵਾਈ ਨਹੀਂ ਹੁੰਦੀ ਹੋਵੇਗੀ। ਉਹਨਾਂ ਨੇ ਕਿਹਾ ਕਿ ਇਸ ਮਸਲੇ ਵਿੱਚ ਅਸੀਂ ਕਈ ਵਾਰ ਐਸਐਚਓ ਜੈ ਇੰਦਰ ਰੰਧਾਵਾ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਹਨਾਂ ਨੇ ਸਾਡੀ ਕੋਈ ਵੀ ਸੁਣਵਾਈ ਨਹੀਂ ਕੀਤੀ। ਅਸੀਂ ਮੰਗ ਕਰਦੇ ਹਾਂ ਕਿ ਐਸਐਚਓ ਸਦਰ ਥਾਣਾ ਨਾਭਾ ਦੇ ਏਐਸਆਈ ਚਮਕੌਰ ਸਿੰਘ ਨੂੰ ਸਸਪੈਂਡ ਕੀਤਾ ਜਾਵੇ ਜਾਂ ਫਿਰ ਉਹਨਾਂ ਦੀ ਬਦਲੀ ਕੀਤੀ ਜਾਵੇ। ਹਾਂਜੀ ਸਰਪੰਚ ਸਾਹਿਬ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਕਿਹੜੇ ਪਿੰਡ ਦੇ ਸਰਪੰਚ ਹੋ ਤੁਸੀਂ ਮੈਡਮ? ਰੋਟੀ ਛੰਨਾ ਦੀ ਹਾਂ ਜੀ। ਰੋਟੀ ਛੰਨਾ ਦੀ। ਏਵਨ ਪੰਜਾਬੀ ਟੀਵੀ ਚੈਨਲ ਤੋਂ ਗੱਲ ਕਰਦਾ ਮੈਂ, ਹੈੱਡ ਆਫਿਸ ਤੋਂ। ਹਾਂਜੀ ਸਰ, ਜੀ ਸਤਿ ਸ੍ਰੀ ਅਕਾਲ। ਕੀ ਗੱਲਬਾਤ ਹੋਈ ਹੈ ਤੁਸੀਂ ਅੱਜ ਜਿਹੜੇ ਇਕੱਠੇ ਹੋਏ ਨੇ ਸਾਰੇ ਸਰਪੰਚ ਐਸਐਚਓ ਦੇ ਖਿਲਾਫ? ਇਹ ਨਾ ਜੀ ਸਾਡੇ ਪਿੰਡ 'ਚ ਜੀ ਕੋਈ ਵੀ ਵਾਰਦਾਤ ਹੁੰਦੀ ਆ ਜੀ ਤੇ ਸਾਡੇ ਮੇਰੇ ਚੌਂਕੀ 'ਚ ਵੀ ਫੋਨ ਕਰਦੀਆਂ ਜੀ। ਐਸਐਚਓ ਸਾਹਿਬ ਤਾਂ ਜੀ ਕਦੇ ਮੇਰਾ ਫੋਨ ਹੀ ਨਹੀਂ ਉਠਾਉਂਦੇ ਜੀ। 2 ਸਾਲ 'ਚ ਉਹਨਾਂ ਨੇ ਇੱਕ ਵਾਰੀ ਨਹੀਂ ਮੇਰਾ ਫੋਨ ਉਠਾਇਆ ਜੀ। ਸਾਡੇ ਪਿੰਡ 'ਚ ਜੇ ਕੋਈ ਵੀ ਵਾਰਦਾਤ ਹੁੰਦੀ ਹੈ ਜੀ ਉਹਦੇ 'ਚ ਮੈਂ ਚੌਂਕੂ ਜਾਨੀ ਆ ਜੀ। ਜਿਹੜੀ ਦੂਜੀ ਧਿਰ ਹੁੰਦੀ ਆ ਮੇਰੀ ਕੰਪਲੇਨ ਲਿਖਾ ਦਿੰਦੇ ਜੀ। ਉਹਨਾਂ ਨੇ ਜੀ ਮੇਰੀ ਕਦੇ ਨਹੀਂ ਸੁਣੀ ਜੀ। ਸਾਡੇ ਜੀ ਅੰਨੋ ਲੜਾਈ ਹੋਈ ਸੀ ਜੀ ਪਿੰਡ 'ਚ ਜੀ। ਤੇ ਤੁਹਾਡੇ ਚੌਂਕੀ ਕਿੱਥੇ ਹੈ ਜੀ? ਇਸ ਰੋਟੀ ਪੁਲ ਚੌਂਕੀ ਆ ਜੀ। ਰੋਟੀ ਪੁਲਾਂ ਦੀ ਉੱਥੇ ਚਮਕੌਰ ਸਿੰਘ ਹੈ? ਨਹੀਂ ਜੀ, ਸਦਰ 'ਚ ਆ ਜੀ। ਪਹਿਲਾਂ ਤਾਂ ਜੀ ਸਾਡੀ ਚੌਂਕੀ ਰੋਟੀ ਪੁਲ ਆ ਜੀ। ਸਾਡੀ ਰੋਟੀ ਪੁਲ ਕੰਪਲੇਨ ਸੀ ਇੱਕ ਦਿਨ ਪਹਿਲਾਂ ਦੀ, ਤੇ ਉਹ ਸਦਰ 'ਚ ਕਿਵੇਂ ਗਈ ਜੀ? ਉਸ ਰੋਟੀ ਪੁਲ ਚੌਂਕੀ 'ਚ ਸੁਲਾਹ ਹੁੰਦੀ ਜੀ। ਅੱਛਾ, ਇਹਨਾਂ ਨੇ ਅੱਗੇ ਆਪਣੇ ਉੱਥੇ ਥਾਣੇ 'ਚ ਭੇਜਤੀ ਮਤਲਬ? ਹਾਂ ਜੀ, ਇਹਨਾਂ ਨੇ ਆਪਦੇ ਥਾਣੇ 'ਚ ਭੇਜਤੀ ਜੀ। ਥਾਣੇ ਵਾਲੇ ਆਪਦੀ 'ਚ ਕਰਦੇ ਨੇ ਜੀ, ਮੇਰੀ ਤਾਂ ਬਿਲਕੁਲ ਨਹੀਂ। ਕੱਲ ਜੀ ਜਦੋਂ ਕਿ ਮੈਂ ਕਿਸੇ ਦੇ ਰੌਲੇ 'ਚ ਗਈ ਤੇ ਉਹਨਾਂ 'ਚ ਰੌਲੇ 'ਚ ਜਾਣ ਦੇ ਬਾਵਜੂਦ ਵੀ ਉਹਨਾਂ ਨੇ ਚਮਕੌਰ ਸਿੰਘ ਏਐਸਆਈ ਨੇ ਜੀ ਕਿਹਾ ਚੱਲ ਸਰਪੰਚ ਹਵਾਲਾਤ 'ਚ। ਦੂਜੀ ਪਾਰਟੀ ਨੇ ਕਹਿਤਾ ਜੀ ਵੀ ਕੰਪਲੇਨ ਵੀ ਤੇਰਾ ਵੀ ਕੰਪਲੇਨ 'ਚ ਨਾਮ ਆ। ਨਹੀਂ, ਕੰਪਲੇਨ ਦੇ ਵਿੱਚ ਤਾਂ ਨਾਮ ਕਿਸੇ ਦਾ ਵੀ ਹੋ ਸਕਦਾ। ਕੋਈ ਇਨਵੈਸਟੀਗੇਸ਼ਨ ਕੀਤੀ ਵੀ ਤੁਸੀਂ ਮੁਜਰਮ ਹੋ ਜਾਂ ਕੁਛ? ਉਹਨੇ ਕੁਛ ਵੀ ਨਹੀਂ ਕੀਤੀ ਜੀ। ਬਾਅਦ 'ਚ ਜੀ ਉਹਨਾਂ ਦਾ ਉਹ ਜਿਹੜੀ ਰੌਲੇ ਦੀ ਪਾਰਟੀ ਸੀਗੀ ਜੀ, ਬਾਅਦ 'ਚ ਉਹਨਾਂ ਦਾ ਸਮਝੌਤਾ ਵੀ ਹੋ ਗਿਆ ਜੀ। ਫਿਰ ਉਸ 'ਚ ਮੇਰੀ ਕੰਪਲੇਨ ਵੀ ਸੀਗੀ ਜੀ। ਮੇਰਾ ਤਾਂ ਹੋਇਆ ਨਹੀਂ ਰੋਲ। ਸਿਰਫ ਉਹਨਾਂ ਨੇ ਜੀ ਮੇਰੀ ਉੱਥੇ ਇਨਸਲਟ ਕਰੀ ਆ ਜੀ। ਉੱਥੇ ਕੋਈ ਲੇਡੀਜ਼ ਮੁਲਾਜ਼ਮ ਨਹੀਂ ਸੀਗਾ ਜੀ, ਸਿਰਫ ਇੱਕ ਚਮਕੌਰ ਸਿੰਘ ਸੀ ਜੀ। ਕਹਿੰਦੇ ਜੀ ਅਸੀਂ ਉਹ ਕਰਦੇ ਆ ਵੀ ਤੁਸੀਂ ਸਾਰੇ ਇਕੱਠੇ ਹੋਏ ਹੋ, ਸਾਡੇ ਕੋਲੇ ਵੀਡੀਓ ਪਹੁੰਚ ਗਈ ਆ। ਇਹ ਤਾਂ ਕਹਿ ਰਹੇ ਨੇ ਸਾਰੇ ਸਰਪੰਚ ਨੇੜੇ ਤੇੜੇ ਦੇ ਵੀ ਉਹ ਕਿਸੇ ਦੀ ਵੀ ਇੱਜ਼ਤ ਨਹੀਂ ਹੁੰਦੀ ਉੱਥੇ। ਉੱਥੇ ਜੀ ਬਿਲਕੁਲ ਕਿਸੇ ਸਰਪੰਚ ਦੀ ਨਹੀਂ ਹੁੰਦੀ ਜੀ ਇੱਜ਼ਤ। ਹਰੇਕ ਸਰਪੰਚ ਦੀ ਜੀ ਉੱਥੇ ਇਨਸਲਟ ਹੁੰਦੀ ਆ ਜੀ। ਇੱਕ ਸਰਪੰਚ ਦੀ। ਤੁਸੀਂ ਮੰਤਰੀ ਨੇ ਤੁਹਾਡੇ ਧਰਮਸੋਤ ਜੀ ਨਾਭੇ ਤੋਂ ਬਿਲੋਂਗ ਕਰਦੇ ਆ ਤੁਹਾਡੇ ਏਰੀਏ ਚੋਂ, ਉਹਨਾਂ ਨੇ ਕਦੇ ਗੱਲਬਾਤ ਸਰਪੰਚਾਂ ਨੇ ਕੀਤੀ ਨਹੀਂ? ਨਹੀਂ ਜੀ, ਅਸੀਂ ਬ੍ਰਾਹਮਣਦਰਾ ਜੀ ਦੇ ਏਰੀਏ 'ਚ ਬੈਠੇ ਆ ਜੀ, ਪਟਿਆਲਾ 2 'ਚ ਜੀ। ਪਟਿਆਲਾ 2 'ਚ ਤੁਸੀਂ ਕਦੇ ਮਤਲਬ ਕਾਂਗਰਸ ਦੇ ਕਿਸੇ ਸੀਨੀਅਰ ਲੀਡਰ ਨੂੰ ਦੱਸਿਆ ਨਹੀਂ ਵੀ ਐਸਐਚਓ ਸਾਡੀ ਗੱਲ ਨਹੀਂ ਸੁਣਦਾ? ਮੈਂ ਜੀ ਮੰਤਰੀ ਸਾਹਿਬ ਨੂੰ ਵੀ ਦੱਸਿਆ ਜੀ। ਮੰਤਰੀ ਸਾਹਿਬ ਦੀ ਤੱਕ ਉਹਨਾਂ ਨੇ ਜੀ ਰਿਸਪੈਕਟ ਨਹੀਂ ਕੀਤੀ ਜੀ। ਜਿਸ ਦਿਨ ਜੀ ਲੜਕੀ ਨੂੰ ਫੜ ਕੇ ਲੈ ਕੇ ਗਏ ਨੇ ਜੀ ਉਹਨਾਂ ਨੇ ਤਾਂ ਜੀ ਮੰਤਰੀ ਸਾਹਿਬ ਤੱਕ ਨਹੀਂ ਫੋਨ ਚੱਕਦੇ ਜੀ। ਜਦ ਵੱਧ ਕੀ ਜੀ ਮੰਤਰੀ ਸਾਹਿਬ ਨੇ ਇਹ ਵੀ ਕਿਹਾ ਮੁਨਸੀ ਨੂੰ, ਪੀਏ ਸਾਹਿਬ ਨੇ ਵੀ ਤੁਸੀਂ ਮੰਤਰੀ ਸਾਹਿਬ ਨਾਲ ਗੱਲ ਕਰੋ ਜੀ। ਐਸਐਚਓ ਸਾਹਿਬ ਬਿਲਕੁਲ ਰਿਸਪੈਕਟ ਨਹੀਂ ਦਿੰਦੇ ਜੀ। ਉਹ ਖੁਦ ਮੰਤਰੀ ਸਾਹਿਬ ਨੂੰ ਰਿਸਪੈਕਟ ਦਿੰਦੇ ਜੀ। ਤੁਹਾਡਾ ਕੀ ਸ਼ੁਭ ਨਾਮ ਹੈ ਸਰਪੰਚ ਸਾਹਿਬ? ਮੇਰਾ ਜੀ ਗੁਰਪ੍ਰੀਤ ਆ ਜੀ। ਗੁਰਪ੍ਰੀਤ ਰੋਟੀ ਛੰਨਾ ਜੀ।
ਮੈਂ ਕਾਂਗਰਸ ਦੀ ਜੀ ਮੌਜੂਦਾ ਸਰਪੰਚ ਹਾਂ ਜੀ। ਜਦੋਂ ਸਰਕਾਰ ਕਹਿ ਰਹੀ ਆ ਵੀ ਲੇਡੀਜ਼ ਨੂੰ ਉਹਦਾ ਸਭ ਤੋਂ ਵੱਡਾ ਦੇਵੇ ਜੀ, ਲੇਡੀਜ਼ ਅੱਗੇ ਹੋ ਕੇ ਕੰਮ ਆਵੇ। ਜਦੋਂ ਲੇਡੀਜ਼ ਜੀ ਅੱਗੇ ਹੋ ਕੇ ਕੰਮ ਕਰਦੀਆਂ ਨੇ, ਜਦ ਲੇਡੀਜ਼ ਦੀ ਰਿਸਪੈਕਟ ਨਹੀਂ ਹੋਊ, ਫਿਰ ਲੇਡੀਜ਼ ਤਾਂ ਜੀ ਘਰ ਤੱਕ ਸੀਮਤ ਰਹਿਣਗੀਆਂ, ਬਾਹਰ ਥੋੜ੍ਹਾ ਨਿਕਲਣਗੀਆਂ ਜੀ। ਕਿਉਂਕਿ ਜੀ ਮੈਂ ਚਾਹੁੰਦੀ ਹਾਂ ਵੀ ਲੇਡੀਜ਼ ਵੀ ਹਰੇਕ ਦੇ ਬਰਾਬਰ ਹੋਵੇ ਜੀ। ਮੈਂ ਮੇਰੇ ਬ੍ਰਦਰ ਨਹੀਂ ਹੈਗਾ ਜੀ, ਅਸੀਂ ਸਿਸਟਰਾਂ ਹੀ ਹਾਂ ਜੀ, 7 ਸਿਸਟਰਾਂ ਹੀ ਹਾਂ ਜੀ। ਮੈਂ ਆਪਣੇ ਜੀ ਡੈਡੀ ਘਰ ਰਹਿ ਰਹੀ ਹਾਂ ਜੀ। ਮੈਂ ਲੜਕਾ ਹੋ ਕੇ ਜੀ ਖੇਤੀਬਾੜੀ ਵੀ ਆਪ ਕਰਦੀ ਹਾਂ। ਤੁਸੀਂ ਜੀ ਮੇਰੀ ਇੱਕ ਵਾਰੀ ਵੀ ਉਹ ਕਹਿ ਦੇਣ ਵੀ ਮੈਂ SHO ਸਾਹਿਬ ਵੀ ਮੈਨੇ ਵੀ ਕਦੇ ਸਰਪੰਚ ਨਾਲ ਗੱਲ ਕਰੀ ਹੋਵੇ ਜੀ। ਜਦੋਂ ਕੋਈ ਵੀ ਮੁਲਾਜ਼ਮ ਨੂੰ ਫੋਨ ਲਾਉਣੇ ਜੀ ਕਦੇ ਨਹੀਂ ਚੱਕਣ ਦਾ। SHO ਸਾਹਿਬ ਤਾਂ ਖਾਸ ਕਰਕੇ ਜੀ ਕਦੇ ਚੱਕਦੇ ਹੀ ਨਹੀਂ ਹੈਗੇ ਜੀ। ਜਾਣਕਾਰੀ ਦੇਣ ਲਈ ਸ਼ੁਕਰੀਆ। ਉਧਰ ਦੂਜੇ ਪਾਸੇ ਜਦੋਂ ਇਸ ਮਸਲੇ ਬਾਰੇ SHO ਜੈ ਇੰਦਰ ਅਤੇ ASI ਚਮਕੌਰ ਸਿੰਘ ਨਾਲ ਗੱਲਬਾਤ ਕੀਤੀ ਗਈ, ਉਹਨਾਂ ਨੇ ਆਪਣੇ ਉੱਪਰ ਲੱਗੇ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਦੇ ਹੋਏ ਕਿਹਾ ਕਿ ਹਾਂਜੀ SHO ਨਾਭਾ ਸਦਰ ਜੀ, ਦੱਸੋ ਜੀ। ਹਾਂਜੀ ਈਵਨ ਪੰਜਾਬੀ TV ਚੈਨਲ ਤੋਂ ਗੱਲ ਕਰਦਾ, ਹੈਡ ਆਫਿਸ ਪਟਿਆਲਾ ਤੋਂ ਬਾਈ ਜੀ। ਕੀ ਨਾਮ ਹੈ ਤੁਹਾਡਾ ਜੀ? ਮੇਰਾ ਨਾਮ ਮੋਹਨ ਸਿੰਘ ਹੈ ਜੀ। ਅੱਛਾ ਜੀ, ਹਾਂਜੀ ਦੱਸੋ ਜੀ। ਦੱਸਣਾ ਗੁਰਪ੍ਰੀਤ ਕੌਰ ਆ ਜੀ, ਰੋਟੀ ਛੰਨਾ ਦੀ ਸਰਪੰਚ ਜੀ। ਉਹਨਾਂ ਦੀ ਸਾਡੇ ਕੋਲੇ ਖਬਰ ਆਈ ਹੈ। ਅੱਜ ਸਰਪੰਚ ਇਕੱਠੇ ਹੋਏ ਸੀ 7-8 ਰੋਟੀ, ਠੀਕ ਹੈ ਜੀ। ਸਾਡੀ ਬਦਲੀ ਦੀ ਮੰਗ ਕਰ ਰਹੇ ਨੇ ਸਾਰੇ ਸਰਪੰਚ। ਗੁਰਪ੍ਰੀਤ ਕੌਰ ਕਹਿੰਦੀ ਵੀ ਸਾਡੇ ਪਿੰਡ ਦਾ ਕੋਈ ਮਸਲਾ ਸੀ, ਠੀਕ ਹੈ ਜੀ। ਜੋ ਥਾਣੇ 'ਚ ਗਿਆ, ਠੀਕ ਹੈ ਜੀ। ਤੇ ਉੱਥੇ ਥਾਣੇਦਾਰ ਸੀਗੇ ਇੱਕ ਤੁਹਾਡੇ ASI ਚਮਕੌਰ ਸਿੰਘ, ਠੀਕ ਹੈ ਜੀ। ਉਹ ਕਹਿੰਦੇ ਵੀ ਮੈਡਮ ਨੂੰ ਸਰਪੰਚ ਨੂੰ ਚੱਕੋ ਅੰਦਰ ਧਰੋ ਥਾਣੇ 'ਚ। ਅੱਛਾ ਜੀ। ਤੇ 2 ਸਾਲ ਹੋ ਗਏ SHO ਨੂੰ ਫੋਨ ਕਰਦੇ, 2 ਸਾਲਾਂ 'ਚ ਇੱਕ ਦਿਨ ਵੀ SHO ਸਾਹਿਬ ਨੇ ਫੋਨ ਨਹੀਂ ਚੱਕਿਆ। ਠੀਕ ਹੈ ਜੀ। ਇਹ ਦੱਸੋ ਜੀ ਕਿਵੇਂ ਹੈ? 2 ਸਾਲਾਂ 'ਚ ਤੁਸੀਂ ਸਰਪੰਚਾਂ ਦਾ ਫੋਨ ਨਹੀਂ ਚੱਕਦੇ? ਬਿਲਕੁਲ ਨਹੀਂ ਜੀ। ਕਿਹਨੇ ਕਿਹਾ ਜੀ ਇਹ ਗੱਲ? ਇਹ ਸਾਡੇ ਕੋਲ ਰਿਕਾਰਡਿੰਗ ਹੈ, ਤੁਹਾਨੂੰ ਮੈਂ ਸਾਰੀ ਖਬਰ ਨਸ਼ਰ ਕਰਾਂਗੇ ਅਸੀਂ। ਗੁਰਪ੍ਰੀਤ ਕੌਰ ਰੋਟੀ ਛੰਨਾ ਦੀ ਸਰਪੰਚ ਹੈ। ਠੀਕ ਹੈ ਜੀ। ਹਾਂ, ਉਹਨਾਂ ਨੇ ਕਿਹਾ ਜੀ ਇਹ ਗੱਲ। ਬਿਲਕੁਲ ਬੇਸਲੈਸ ਐਲੀਗੇਸ਼ਨ ਹੈ ਜੀ। ਮੈਂ ਹਰ ਬੰਦੇ ਦਾ ਫੋਨ ਚੱਕਦਾ, ਤੁਹਾਡਾ ਵੀ ਚੱਕਿਆ ਜੀ। ਜੀ ਜੀ, ਮੈਂ ਤਾਂ ਬਿਲਕੁਲ ਕਹਿ ਰਿਹਾ ਸਾਡਾ ਚੱਕਿਆ ਜੀ। ਹਾਂ, ਤੁਹਾਡਾ ਨਾਲੇ 2 ਰਿੰਗਾਂ ਦੇ ਵਿੱਚ ਫੋਨ ਚੱਕ। ਜੀ ਜੀ। ਆਈ ਨੈਵਰ ਕਹਿੰਦੇ ਹੋ ਹੀ ਨਹੀਂ ਸਕਦਾ ਕਿ ਆਈ ਡੋਂਟ ਪਿਕ ਅਪ ਐਨੀਬਾਡੀਜ਼ ਫੋਨ। ਪਰ ਇਹ ਸਰਪੰਚ ਇੱਕ ਹੋਵੇ ਤਾਂ ਮੰਨੀਏ ਜੀ, 7-8 10 ਸਰਪੰਚ ਇਕੱਠੇ ਹੋ ਕੇ ਕਿਉਂ ਇਹ ਗੱਲ ਕਰ ਰਹੇ ਆ ਜੀ? ਨਹੀਂ, ਮੈਂ ਤਾਂ ਕਦੇ ਕਿਸੇ ਦਾ ਹੋਇਆ ਨਹੀਂ ਜੀ ਮੈਂ ਫੋਨ ਨਹੀਂ ਚੱਕਾਂ। ਦਿਸ ਇਜ਼ ਨੈਵਰ ਪੋਸੀਬਲ। ਬਿਲਕੁਲ ਸਰ। ਦੇਖੋ SHO ਸਾਹਿਬ, ਸਾਡਾ ਤਾਂ ਕੰਮ ਹੈ ਮੀਡੀਆ ਦਾ ਤੁਹਾਡਾ ਪੱਖ ਜ਼ਰੂਰ ਕਰਨਾ ਚਾਹੀਦਾ। ਮੇਰਾ ਹੀ ਪੱਖ ਹੈ ਜੀ ਵੀ ਬਿਲਕੁਲ ਬੇਸਲੈਸ ਹੈ ਜੀ। ਮੈਂ ਹਰ ਬੰਦੇ ਦਾ ਫੋਨ ਚੱਕਦਾ, ਸੁਣਵਾਈ ਕਰਦਾ। ਪਰ ਇੱਕ ਸਰਪੰਚ ਤਾਂ ਹੋਵੇ ਜੀ, 8-10 ਸਰਪੰਚ ਇਕੱਠੇ ਹੋ ਕੇ ਕਿਉਂ ਗੱਲ ਕਰ ਰਹੇ? ਮੈਂ ਕਿਹਾ ਭਾਈ ਸਾਹਿਬ, ਮੈਂ ਹਰ ਉਸ ਬੰਦੇ ਦਾ ਫੋਨ ਚੱਕਦਾ ਜਿਹਦਾ ਮੈਨੂੰ ਕਾਲ ਆ ਜੇ। ਇਕੱਲੇ ਫੋਨ ਦੀ ਗੱਲ ਨਹੀਂ ਜੀ, ਇੱਕ ਸਰਪੰਚ ਨੂੰ ਤੁਸੀਂ ਹਵਾਲਾ 'ਚ ਦੇਣ ਦੀ ਗੱਲ ਕਰਦਾ ਤੁਹਾਡਾ ਥਾਣੇਦਾਰ, ਇਹ ਕੀ ਮਸਲਾ? ਬਿਲਕੁਲ ਨਹੀਂ ਜੀ, ਇਹ ਗੱਲ ਹੈਗੀ ਹੈ। ਠੀਕ ਹੈ ਜੀ। ਕਿਸੇ ਨੇ ਹਵਾਲਾ 'ਚ ਨਹੀਂ ਦਿੱਤਾ। ਦਿਸ ਇਜ਼ ਨਾਟ ਪੋਸੀਬਲ। ਤੇ ਜਿਹੜਾ ਵੀ ਅਹੁਦੇਦਾਰ ਬੰਦਾ ਸਾਡੇ ਕੋਲ ਆਉਂਦਾ ਸੀ, ਪੂਰਾ ਇੱਜ਼ਤਮਾਨ ਕਰਦੇ ਹਾਂ ਤੇ ਜੋ ਬਣਦੀ ਕਾਰਵਾਈ ਹੈ, ਕੀ ਕਹਿੰਦੇ, ਅਸੀਂ ਬਿਲਕੁਲ ਇਹੋ ਜਿਹੀ ਗੱਲ ਨਹੀਂ ਕੀਤੀ ਕਿਸੇ ਨੇ ਵੀ ਹਵਾਲਾ 'ਚ ਦੇਣ ਵਾਲੀ ਗੱਲ। ਠੀਕ ਹੈ SHO ਸਾਹਿਬ, ਜੋ ਤੁਸੀਂ ਕਿਹਾ। ਹੈਲੋ, ASI ਚਮਕੌਰ ਸਿੰਘ ਗੱਲ ਕਰਦੇ ਹੋ, ਸਦਰ ਨਾਭਾ? ਹਾਂਜੀ ਚਮਕੌਰ ਸਿੰਘ ਬੋਲ। ਏਵਨ ਪੰਜਾਬੀ TV ਚੈਨਲ ਤੋਂ ਗੱਲ ਕਰਦਾ ਜੀ, ਮੈਂ ਹੈਡ ਆਫਿਸ ਪਟਿਆਲਾ ਤੋਂ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ। ਥਾਣੇਦਾਰ ਸਾਹਿਬ, ਅੱਜ ਨਾ ਰੋਟੀ 'ਚ ਸਰਪੰਚ ਇਕੱਠੇ ਹੋਏ ਸੀ ਜੀ ਜੀ। ਉੱਥੇ ਸਰਪੰਚਾਂ ਨੇ, ਇੱਕ ਮੈਡਮ ਹੈ ਗੁਰਪ੍ਰੀਤ ਕੌਰ ਰੋਟੀ ਛੰਨਾ ਦੀ ਸਰਪੰਚ, ਹਾਂਜੀ ਹਾਂਜੀ। ਉਹ ਕੋਈ ਕੇਸ ਤੁਹਾਡੇ ਕੋਲ ਆਇਆ ਸੀ ਜੀ ਉਹਨਾਂ ਦਾ? ਉਹ ਕਹਿੰਦੇ ਵੀ ਥਾਣੇ ਵਿੱਚ ਦੇ ਰਹੇ ਸੀ, ਉਹ ਤੁਸੀਂ ਕਿਹਾ ਵੀ ਮੈਡਮ ਨੂੰ, ਸਰਪੰਚ ਨੂੰ ਅੰਦਰ ਹਵਾਲਾ 'ਚ ਬੰਦ ਕਰੋ। ਇਹ ਜਾਣ ਸਕਦੇ ਜੀ? ਨਾ ਜੀ, ਮੈਂ ਤੁਹਾਨੂੰ ਗੱਲ ਦੱਸਦਾ ਕੀ ਸੀ ਜੀ। ਅਸਲ ਇਹਨਾਂ ਨੇ ਨਾ ਦਰਖਾਸਤਾਂ 2 ਪਾਰਟੀਆਂ ਵੱਲੋਂ ਸੀਗੀਆਂ ਜੀ। ਤੇ ਇੱਕ ਪਾਰਟੀ ਦੇ 5 ਬੰਦੇ ਸੀਗੇ ਜੀ। ਜਿਹੜਾ ਸਾਬਕਾ ਸਰਪੰਚ ਸੀਗਾ ਉਹਦੇ ਵੱਲ 5 ਬੰਦੇ ਸੀ, ਜਿਹੜੇ ਇਹ ਸੀਗੇ ਇੱਧਰ 4 ਸੀਗੇ ਜੀ। ਤੇ ਇਹ ਨਾ 35-40 ਬੰਦੇ ਇਕੱਠੇ ਹੋ ਕੇ ਪਿੰਡ ਦੇ ਆ ਗਏ। ਉਸ ਤੋਂ ਬਾਅਦ ਕੀ ਹੋਇਆ ਜੀ, ਮੈਨੂੰ ਨਹੀਂ ਸੀ ਪਤਾ ਵੀ ਗੁਰਪ੍ਰੀਤ ਕੌਰ ਸਰਪੰਚ ਦੇ ਖਿਲਾਫ ਦਰਖਾਸਤ ਹੈ। ਠੀਕ ਹੈ ਜੀ। ਜਦੋਂ ਮੈਂ ਪਹਿਲੇ 5 ਬੰਦਿਆਂ ਦੇ ਨਾਮ ਪੁਕਾਰੇ, ਉਹਨਾਂ ਨੇ ਆਪਣੇ ਨਾਮ ਦੱਸਦੇ ਜੀ ਅਸੀਂ। ਜਦੋਂ ਮੈਂ ਇਹਨਾਂ ਦੇ 4 ਬੰਦੇ ਦੇ ਨਾਮ ਲੈ ਕੇ ਲੱਗਿਆ ਤਾਂ ਚੌਥੀ ਗੁਰਪ੍ਰੀਤ ਸਿੰਘ ਲਿਖਿਆ ਸੀ, ਸਰਪੰਚ ਨਹੀਂ ਲਿਖਿਆ। ਗੁਰਪ੍ਰੀਤ ਸਿੰਘ ਨਾ, ਗੁਰਪ੍ਰੀਤ ਕੌਰ ਸਰਪੰਚ ਨਹੀਂ ਸੀ ਨਾਮ ਲਿਖਿਆ ਗਿਆ। ਹਾਂਜੀ ਹਾਂ। ਤੇ ਉਹ ਮੈਂ ਜਦੋਂ ਨਾਮ ਬੋਲੇ, ਗੁਰਪ੍ਰੀਤ ਦਾ ਨਾਮ ਬੋਲਿਆ, ਤੇ ਇਹ ਕਹਿੰਦੀ ਜੀ ਮੇਰਾ ਨਾਮ ਤੁਸੀਂ ਕਿਉਂ ਲਿਖਿਆ? ਮੈਂ ਕਿਹਾ ਭੈਣ ਜੀ ਮੈਂ ਨਹੀਂ ਲਿਖਿਆ, ਇਹ ਤਾਂ ਮੁਨਸੀ ਵੱਲੋਂ ਦਰਖਾਸਤ ਲਿਖੀ ਜਾਂਦੀ ਹੈ, SHO ਸਾਹਿਬ ਮਾਰਕ ਕਰਦੇ ਨੇ, ਫਿਰ ਮੈਨੂੰ ਪੜਤਾਲ ਨਹੀਂ ਮਿਲੀ ਹੈ। ਠੀਕ ਹੈ ਜੀ। ਚਲੋ ਮੈਂ ਕਿਹਾ ਕੋਈ ਗੱਲ ਨਹੀਂ, ਫਿਰ ਕੀ ਹੋ ਗਿਆ ਜੇ ਨਾਂ ਲਿਖਿਆ ਵਿੱਚ, ਪੜਤਾਲ ਕਰਨੀ ਹੈ, ਪੜਤਾਲ ਤੋਂ ਬਾਅਦ ਹੁੰਦਾ ਸਾਰਾ ਕੁਝ ਜੀ। ਜਥੇਦਾਰ ਸਾਹਿਬ ਜਾਣਨਾ ਚਾਹੁੰਦੇ ਵੀ ਪੜਤਾਲ ਤੋਂ ਬਿਨਾਂ ਹੀ ਤੁਸੀਂ ਕਿੱਦਾਂ ਕਹਿਤਾ ਵੀ ਇਹਨੂੰ ਹਵਾਲਾ 'ਚ ਦਿਓ? ਬਿਲਕੁਲ ਨਹੀਂ ਬਾਈ ਜੀ, ਕਿਹਾ ਉੱਥੇ ਘੱਟੋ ਘੱਟ ਵੀ 20-25 ਬੰਦੇ ਉਦੋਂ ਬੈਠੇ ਜਦੋਂ ਇਹ ਛੱਡ ਕੇ ਦਫ਼ਤਰ ਗਈ ਹੈ। ਮੈਨੂੰ ਕਹਿੰਦੀ ਜੀ ਕਿ ਸਾਡਾ ਸਰਪੰਚਾਂ ਦੇ ਖਿਲਾਫ ਕੰਪਲੇਂਟ ਆਉਣ ਲੱਗੀ, ਸਾਡਾ ਸਰਪੰਚ ਬਣਨ ਦਾ ਕੀ ਫਾਇਦਾ? ਮੈਂ ਤਾਂ ਚੱਲੀ।
ਇਹਨੇ ਮੈਨੂੰ ਕੋਈ ਗੱਲ ਕਰਨ ਦੀ ਗੱਲ ਕਹੀ ਨਾ, ਮੇਰੇ ਨਾਲ ਕੋਈ ਗੱਲ ਹੋਈ ਹੈ। ਸਿਰਫ ਮੈਂ ਇਹਦਾ ਨਾਂ ਜ਼ਰੂਰ ਪੁਕਾਰਿਆ ਸੀ, ਮੈਨੂੰ ਨਹੀਂ ਪਤਾ ਵੀ ਸਰਪੰਚ ਹੈ। ਪਤਾ ਨਹੀਂ ਹੁਣ ਅੱਜ ਦੇਖੋ 8 ਸਰਪੰਚ ਇਕੱਠੇ ਹੋਏ ਇੱਕ ਪਿੰਡ ਦੇ ਵਿੱਚ, ਉਹਨਾਂ ਨੇ ਕਿਹਾ ਵੀ ਥਾਣੇ ਸਦਰ 'ਚ ਸਾਡੀ ਸੁਣਵਾਈ ਨਹੀਂ, ਸਾਡੀ ਸਰਕਾਰ ਦੇ ਨੁਮਾਇੰਦੇ ਆ, ਸਾਡੇ ਕੋਲ ਆਉਂਦੇ ਨਹੀਂ। ਤੁਸੀਂ ਮੇਰੀ ਗੱਲ ਸੁਣੋ ਜੀ, ਜਿਹੜਾ ਸਾਰਾ ਪਿੰਡ ਬੈਠਾ ਸੀ ਉੱਥੇ ਜੀ, ਉਹ ਕਹਿੰਦੇ ਸਾਡੇ ਬੱਚਿਆਂ ਦਾ ਅਸੀਂ ਨੁਕਸਾਨ ਨਹੀਂ ਕਰਾਉਣਾ। ਮੈਂ ਉਹਨਾਂ ਨੂੰ ਕਿਹਾ ਸੀ, ਮੈਂ ਵੀ ਜਾਂ ਤਾਂ ਆਪਣਾ ਕੰਪਰੋਮਾਈਜ਼ ਕਰ ਲਓ, ਨਹੀਂ ਮੈਨੂੰ ਜੋ ਕਾਰਵਾਈ 2 ਤਰ੍ਹਾਂ ਦੇ ਬਣਦੀ ਉਹ ਮੈਂ ਕਰੂੰਗਾ ਜੀ। ਉਹ ਕਹਿੰਦੇ ਵੀ ਅਸੀਂ ਤਾਂ ਜੀ ਰਾਜੀਨਾਮਾ ਕਰਨਾ ਹੈ। ਇਹ ਕਹਿੰਦੇ ਸੀ ਵੀ ਰਾਜੀਨਾਮਾ ਕਰੋ ਨਾ, ਉਹ ਕਹਿੰਦੇ ਵੀ ਅਸੀਂ ਇਹਨਾਂ ਪਿੱਛੇ ਥੋੜ੍ਹਾ ਆਪਣਾ ਬੱਚਿਆਂ ਨੂੰ ਨੁਕਸਾਨ ਕਰਾਉਣਾ। ਗਲਤੀ 2 ਤਰ੍ਹਾਂ ਦੇ ਮੰਨ ਕੇ ਜੀ ਉੱਥੇ ਘੱਟੋ ਘੱਟ 18 ਬੰਦੇ ਦਸਤਖਤ ਕਰਕੇ ਗਏ ਨੇ ਜੀ। ਠੀਕ ਹੈ ਥਾਣੇਦਾਰ ਸਾਹਿਬ, ਜਾਣਕਾਰੀ ਦੇਣ ਲਈ ਸ਼ੁਕਰੀਆ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਸਰਪੰਚ ਸਾਹਿਬ ਕੀ ਕਹਿਣਾ ਚਾਹੋਗੇ ਤੁਸੀਂ? ਮੈਂ ਜੀ ਰੋਟੀ ਛੰਨਾ ਦੀ ਮੌਜੂਦਾ ਸਰਪੰਚ ਗੁਰਪ੍ਰੀਤ ਕੌਰ ਹਾਂ ਜੀ। ਹਾਂਜੀ ਹਾਂਜੀ, ਮੈਂ ਕੱਲ ਜੀ ਕੋਈ ਘਰੇਲੂ ਪਿੰਡ ਦੇ ਰੌਲੇ ਵਿੱਚ ਜੀ ਥਾਣੇ ਗਈ ਤੀ ਜੀ। ਜਦੋਂ ਮੈਂ ਥਾਣੇ ਗਈ ਜੀ, ਉੱਥੇ ਜੀ ASI ਚਮਕੌਰ ਸਿੰਘ ਜੀ, ਉਹਨਾਂ ਨੇ ਮੇਰੀ ਕੰਸਲਟ ਕੀਤੀ ਜੀ, ਤੇ ਉਹ ਕਹਿੰਦੇ ਵੀ ਤੇਰਾ ਵੀ ਕੰਪਲੇਨ 'ਚ ਨਾ, ਵੀ ਤੈਨੂੰ ਵੀ ਚਲੋ ਅੰਦਰ। ਤੇ ਕੀ ਕਾਰਨ ਸੀ ਜੀ, ਕੀ ਵਜ੍ਹਾ, ਕਿਉਂ ਕਹਿ ਰਹੇ ਸੀ ਤੁਹਾਨੂੰ? ਉਹ ਕਹਿੰਦੇ ਜੀ ਵੀ ਤੇਰਾ ਵੀ ਕੰਪਲੇਨ 'ਚ ਨਾਮ ਆ, ਵੀ ਪਰਚੇ 'ਚ ਵੀ ਚਲੋ। ਕਹਿੰਦੇ ਜੀ ਦੂਸਰੀ ਪਾਰਟੀਆਂ ਦੋਨੇ ਧਿਰਾਂ ਨੂੰ ਕਹਿੰਦੇ ਵੀ ਚਲੋ ਹਵਾਲਾਤ 'ਚ ਦਿੰਨੇ ਆ, ਤੇ ਦੂਸਰੀ ਧਿਰ ਨੇ ਕਿਹਾ ਵੀ ਸਾਡਾ ਕੰਪਲੇਨ 'ਚ ਸਰਪੰਚ ਦਾ ਵੀ ਨਾਮ ਆ, ਵੀ ਸਰਪੰਚ ਨੂੰ ਵੀ ਅੰਦਰ ਕਰੋ। ਉਹਨਾਂ ਨੇ ਜੀ ਜਦੀ ਕਿਹਾ ਵੀ ਚੱਲ ਸਰਪੰਚ ਤੂੰ ਵੀ ਹਵਾਲਾਤ 'ਚ ਚੱਲ ਜੀ। ਅੱਛਾ ਜੀ, ਤੁਹਾਡੀ ਕੋਈ ਸੁਣਵਾਈ ਨਹੀਂ ਹੋਈ ਜੀ? ਕੋਈ ਸੁਣਵਾਈ ਨਹੀਂ ਹੋਈ ਜੀ। ਜੇ ਮੈਂ SHO ਸਾਹਿਬ ਨੂੰ ਵੀ ਫੋਨ ਕਰਦੀ ਹਾਂ ਜੀ, ਉਹਨਾਂ ਨੇ ਵੀ ਕਦੇ ਨਹੀਂ ਸਾਡਾ ਫੋਨ ਚੱਕਿਆ ਜੀ। ਕੀ ਮੰਗ ਕਰਦੇ ਹੋ? ਮੈਂ ਇਹੀ ਮੰਗ ਕਰਦੀ ਹਾਂ ਵੀ SHO ਸਾਹਿਬ ਬਦਲਿਆ ਜਾਵੇ, ਜਿਹੜਾ ਸਾਡੇ ਸਰਪੰਚਾਂ ਦੀ ਰਿਸਪੈਕਟ ਨਹੀਂ ਕਰਦਾ। ਸਾਡੇ ਹਲਕੇ ਦੇ ਕਿਸੇ ਸਰਪੰਚ ਦੀ ਵੀ ਕੋਈ ਰਿਸਪੈਕਟ ਨਹੀਂ ਉੱਥੇ ਜੀ। ਹਾਂਜੀ ਹਾਂ, ਇੱਕ ASI ਚਮਕੌਰ ਸਿੰਘ ਆ ਜੀ, ਜਿਹਨੇ ਜੀ ਮੇਰੀ ਲੇਡੀ ਜੀ ਸਰਪੰਚ ਦੀ ਇਨਸਲਟ ਕੀਤੀ ਹੈ ਜੀ, ਉਹਦੀ ਬਦਲੀ ਹੋਣੀ ਚਾਹੀਦੀ ਹੈ ਜੀ। ਠੀਕ ਹੈ ਜੀ। ਜੇ ਤੇ ਜੀ ਉਹਨਾਂ ਤੇ ਕਾਰਵਾਈ ਕੋਈ ਨਹੀਂ ਹੁੰਦੀ ਜੀ, ਤਾਂ ਅਸੀਂ ਸਾਰੇ ਸਰਪੰਚ ਇੱਕ ਵੱਡਾ ਸੰਘਰਸ਼ ਕਰਾਂਗੇ ਜੀ। ਅੱਜ ਤੁਸੀਂ ਕਿੰਨੇ ਸਰਪੰਚ ਇਕੱਠੇ ਹੋਏ ਆ ਜੀ ਉਰੇ? ਅਸੀਂ ਜੀ 7-8 ਸਰਪੰਚ ਜੀ ਹੋਏ ਆ। ਅੱਛਾ ਜੀ, ਤੇ ਮੰਗ ਕੀ ਕਰਦੇ ਹੋ ਜੀ ਤੁਸੀਂ? ਸਾਡੀ ਮੰਗ ਇਹੀ ਹੈ ਜੀ, ਵੀ ਕੀ ਕਹਿੰਦੇ ਨੇ ਜੀ SHO ਸਾਹਿਬ ਨੂੰ ਬਦਲਿਆ ਜਾਵੇ, ਤੇ ਕੀ ਕਹਿੰਦੇ ਨੇ ਜੀ ASI ਚਮਕੌਰ ਸਿੰਘ ਦੀ ਬਦਲੀ ਕੀਤੀ ਜਾਵੇ ਜੀ। ਠੀਕ ਹੈ ਜੀ। ਹਾਂਜੀ ਸਰਪੰਚ ਸਾਹਿਬ ਕੀ ਕਹਿਣਾ ਚਾਹੁੰਦੇ ਹੋ? ਮੈਂ ਕਿਹੜਾ ਪਿੰਡ ਹੈ ਜੀ ਆਪਣਾ? ਰੋਟੀ ਬਸਤਾ ਸਿੰਘ ਦਾ ਸਰਪੰਚ ਹੈ, ਜੈਵ ਸਿੰਘ ਆ ਜੀ। ਹਾਂਜੀ। ਜੋ ਅੱਜ ਅਸੀਂ ਇੱਥੇ ਮੀਟਿੰਗ ਕਰੀ ਹੈ, ਜਿੰਨੇ ਕੁ ਸਰਪੰਚ ਅਸੀਂ ਬੁਲਾਏ ਤੇ ਨੇੜੇ ਪਿੰਡਾਂ ਦੇ 8 ਕੁ ਸਰਪੰਚ ਅਸੀਂ ਅੱਜ ਆਏ ਹਾਂ। ਹਾਂਜੀ। ਤੇ ਸਾਨੂੰ ਜਿਵੇਂ ਰਾਤ ਵੀ ਫੋਨ ਆਇਆ ਤੇ ਗੁਰਪ੍ਰੀਤ ਸਰਪੰਚ ਦਾ, ਹਾਂਜੀ, ਕਿ ਮੇਰੇ ਨਾਲ ਧੱਕਾ ਹੋ ਰਿਹਾ ਹੈ, ਵੀ ਇੱਕ ਲੇਡੀ ਸਰਪੰਚ ਨਾਲ ਜੇ ਇਸ ਤਰ੍ਹਾਂ ਹੁੰਦਾ ਵੀ ਇਹਨੂੰ ਅੰਦਰ ਕਰ ਦਿਓ ਨਾ। ਉੱਥੇ ਇਹਨਾਂ ਦੇ ਦੱਸਣ ਮੁਤਾਬਕ ਕੋਈ ਲੇਡੀ ਸਟਾਫ ਤੀ, ਤੇ ਉਹਨੇ ASI ਜਿਹੜਾ ਚਮਕੌਰ ਸਿੰਘ ਹੈ ਵੀ ਉਹਨੇ ਦਬਕੇ ਵੀ ਮਾਰੇ ਨੇ। ਜਿਵੇਂ ਇਹਨਾਂ ਨੇ ਸਾਨੂੰ ਦੱਸਿਆ, ਸਾਰਾ ਮੀਟਿੰਗ ਦੇ ਵਿੱਚ ਦੱਸਿਆ ਵੀ ਹੁਣ ਅਸੀਂ ਵਫਦ ਦੇ ਤੌਰ ਤੇ ਮੰਤਰੀ ਸਾਹਿਬ ਨੂੰ ਵੀ ਮਿਲਣਾ, ਬਰਮਿੰਦਰਾ ਜੀ ਨੂੰ, ਕਿਉਂਕਿ ਇੱਥੇ ਸਾਡੀ ਥਾਣਿਆਂ 'ਚ ਸੁਣਵਾਈ ਨਹੀਂ ਹੋ ਰਹੀ। ਇੱਧਰ ਦਿਹਾਤੀ ਸਰਪੰਚਾਂ ਨੂੰ ਅਸੀਂ ਇੱਕ ਡੇਟ ਵੀ ਰੱਖੀ ਹੈ, ਜਿਸ 'ਚ ਅਸੀਂ ਦਿਹਾਤੀ ਹਲਕੇ ਦੇ ਸਾਰੇ ਸਰਪੰਚ ਬਹਿ ਕੇ ਅਸੀਂ ਵਿਚਾਰ ਵਟਾਂਦਰਾ ਕਰਾਂਗੇ, ਤੇ ਅੱਗੇ ਅਸੀਂ ਇਹਨੂੰ ਅੱਗੇ ਗੱਲ ਨੂੰ ਤੋਰਾਂਗੇ। ਕੀ ਮੰਗ ਕਰਦੇ ਹੋ ਸਰਪੰਚ ਸਾਹਿਬ? ਮੈਂ ਆਪਣੇ ਕਾਂਗਰਸ ਦਾ ਰਾਜ ਹੋਵੇ ਜੀ। ਅਸੀਂ ਪੰਜਾਬ ਪੱਧਰ ਦੇ ਸਾਡੇ ਵਿੱਚ ਸਾਡੇ ਲਵੇ ਅਹੁਦੇ ਹੋਣ, ਤੇ ਪਿੰਡਾਂ ਦੇ ਅਸੀਂ ਸਰਪੰਚ ਹੋਏ, ਚੁਣੇ ਹੋਏ, ਤੇ ਸਾਨੂੰ ਸਾਡੀ ਪੁੱਛਗਿੱਛ ਨਾ ਹੋਵੇ। ਇਹ ਤਾਂ ਅਸੀਂ ਕਹਿੰਦੇ ਹਾਂ ਵੀ ਸਾਡੇ ਜਿਹੜੇ ਸਰਪੰਚ ਨੇ ਚੁਣੇ ਹੋਏ, ਉਹਨਾਂ ਦੀ ਮਤਲਬ ਰਿਸਪੈਕਟ ਹੋਣੀ ਚਾਹੀਦੀ ਆ। ਇਹ ਨਹੀਂ ਕਿ ਸਾਡੇ ਕਹੇ ਤੋਂ ਤੁਸੀਂ ਵੀ ਸਾਰੇ ਕੰਮੇ ਕਰਨੇ ਨੇ, ਪਰ ਰਿਸਪੈਕਟ ਤਾਂ ਹੋਵੇ ਨਾ। ਠੀਕ ਹੈ। ਅਸੀਂ ਇਹ ਮੰਗ ਕਰਦੇ ਹਾਂ ਵੀ ਹਰ ਇੱਕ ਸਰਪੰਚ ਨੂੰ ਉਹਨੂੰ ਰਿਸਪੈਕਟ ਮਿਲਣੀ ਚਾਹੀਦੀ ਹੈ, ਚਾਹੇ ਦੂਜੀ ਪਾਰਟੀ ਦਾ ਵੀ ਹੋਵੇ। ਠੀਕ ਹੈ ਜੀ। ਚੁਣਿਆ ਹੋਇਆ ਤਾਂ ਹੈ ਨਾ। ਠੀਕ ਹੈ ਜੀ। ਹਾਂ, ਇਹੀ ਮੰਗ ਹੈ ਜੀ ਸਾਡੀ। ਠੀਕ ਹੈ ਜੀ। ਠੀਕ ਹੈ। ਹਾਂਜੀ ਸਰਪੰਚ ਸਾਹਿਬ ਤੁਸੀਂ ਕਿਹੜੇ ਪਿੰਡ ਤੋਂ ਜੀ? ਮੇਰਾ ਨਾਮ ਜਸਵੀਰ ਸਿੰਘ ਹੈ ਜੀ, ਮੇਰਾ ਪਿੰਡ ਰੋਟੀ ਮੋੜਾ ਜੀ। ਮੇਰੀ ਵਾਈਫ ਮੌਜੂਦਾ ਸਰਪੰਚ ਹੈ ਜੀ। ਠੀਕ ਹੈ ਜੀ। ਤੇ ਇਹਨਾਂ ਜੀ ਸਾਨੂੰ ਵੀ ਇਸ ਮਤਲਬ ਕਿ ਵੀ ਜੋ ਨਾਭਾ ਦੇ ਜੈਇੰਦਰ ਸਿੰਘ SHO ਨੇ ਸਾਨੂੰ ਇਹ ਤੋਂ ਬਹੁਤ ਜ਼ਿਆਦਾ ਪ੍ਰੋਬਲਮ ਆਈ। ਸਾਡੀ ਕੋਈ ਸੁਣਵਾਈ ਨਹੀਂ ਗਈ ਉੱਥੇ, ਅਸੀਂ ਜਾਣੇ ਬਿਲਕੁਲ ਵੀ ਜਮੀ ਨਹੀਂ ਮਿਲਦਾ ਜੀ। ਠੀਕ ਹੈ। ਹਾਂਜੀ ਸਰਪੰਚ ਸਾਹਿਬ ਤੁਸੀਂ ਕਿਹੜੇ ਪਿੰਡੋਂ? ਅਸੀਂ ਰੋਟੇ ਤੋਂ ਹਾਂ ਜੀ। ਹਾਂਜੀ। ਤੇ ਅਸੀਂ ਇਹੀ ਚਾਹੁੰਦੇ ਹਾਂ ਵੀ ਜੋ ਇਹਨਾਂ ਨਾਲ ਧੱਕਾ ਹੋਇਆ ਹੋਣਾ ਨਹੀਂ ਚਾਹੀਦਾ। ਹਾਂਜੀ। ਤੇ SHO ਸਾਹਿਬ ਦੀ ਬਦਲੀ ਹੋਣੀ ਚਾਹੀਦੀ ਹੈ। ਇਹ ਕਿਸੇ ਵੀ ਸਰਪੰਚ ਨਾਲ ਵਧੀਆ ਵਿਵਹਾਰ ਨਹੀਂ ਕਰ ਰਿਹਾ। ਅੱਛਾ ਜੀ। ਕੀ ਮੰਗ ਕਰਦੇ ਹੋ ਜੀ? ਇਹਦੀ ਬਦਲੀ ਹੋਣੀ ਚਾਹੀਦੀ ਹੈ, ਜਿੱਥੋਂ ਬਹੁਤ ਨਜਾਇਜ਼ ਚੱਲ ਰਿਹਾ ਜੀ। ਠੀਕ ਹੈ ਜੀ। ਹਾਂਜੀ ਸਰਪੰਚ ਸਾਹਿਬ ਸਾਬਕਾ ਸਰਪੰਚ ਹੋ ਜੀ ਤੁਸੀਂ? ਸਾਬਕਾ ਸਰਪੰਚ ਰੋਟੀ ਬਸਤਾ ਜਰਨੈਲ ਸਿੰਘ। ਠੀਕ ਹੈ ਜੀ।
ਇਹ ਜਿਹੜੀ ਰਾਤ ਅਸੀਂ ਗੱਲ ਸੁਣੀ ਹੈ ਬਹੁਤ ਮਾੜੀ ਹੈ। ਹਾਂਜੀ ਹਮੇਸ਼ਾ ਕੋਈ ਚਾਹੇ ਪਾਰਟੀ ਦਾ ਕਿਸੇ ਪਾਰਟੀ ਦਾ ਸਰਪੰਚ ਹੋਵੇ, ਹਾਂਜੀ ਵੈਸੇ ਇਹ ਤਾਂ ਲੇਡੀਜ਼ ਹੈ, ਇਹਨਾਂ ਤਾਂ ਉਹਨਾਂ ਨੂੰ ਬਹੁਤ ਜ਼ਿਆਦਾ ਇੱਜ਼ਤ ਕਰਨੀ ਚਾਹੀਦੀ, ਠੀਕ ਹੈ ਜੀ। ਕਿਉਂਕਿ ਨੌਜਵਾਨ ਕੁੜੀ ਹੈ, ਸਰਪੰਚੀ 'ਚ ਮਤਲਬ ਜਿੱਤੀ ਹੈ, ਇਹਦੀ ਇੱਜ਼ਤ ਕਰਨੀ ਚਾਹੀਦੀ, ਬੇਇੱਜ਼ਤੀ ਨਹੀਂ ਕਰਨੀ ਚਾਹੀਦੀ ਇਹਦੀ। ਠੀਕ ਹੈ ਜੀ, ਚਾਹੇ ਹਰੇਕ ਪਿੰਡ ਦੇ ਵਿੱਚ ਰੌਲੇ ਗੋਲੇ ਹੁੰਦੇ ਨੇ, ਠੀਕ ਹੈ ਜੀ, ਪੰਚਾਇਤ ਜਾਂਦੀ ਹੁੰਦੀ ਹੈ ਰੌਲਿਆਂ 'ਚ। ਮੈਂ ਵੀ ਸਰਪੰਚ ਰਿਹਾ 15 ਸਾਲ, ਮੈਂ ਵੀ ਜਾਂਦਾ ਰਿਹਾ, ਠੀਕ ਹੈ ਜੀ। ਪਰ ਹਾਲ ਤੱਕ ਕਿਸੇ ਥਾਣੇਦਾਰ ਨੇ, ਕਿਸੇ ਮੁਲਾਜ਼ਮ ਨੇ ਸਰਪੰਚ ਦੇ ਖਿਲਾਫ ਕੋਈ ਲਫ਼ਜ਼ ਨਹੀਂ ਬੋਲਿਆ। ਇਹ ਜਿਹੜਾ ਬੋਲਿਆ ਗਿਆ ਇਹ ਬਹੁਤ ਮਾੜਾ ਹੈ, ਇਹ ਅਸੀਂ ਕਦੇ ਵੀ ਬਰਦਾਸ਼ਤ ਨਹੀਂ ਕਰਾਂਗੇ, ਚਾਹੇ ਸਾਨੂੰ ਕੋਈ ਵੀ ਕੁਰਬਾਨੀ ਕਰਨੀ ਪਵੇ। ਕੀ ਮੰਗ ਕਰਦੇ ਹੋ ਤੁਸੀਂ? ਅਸੀਂ ਕਹਿੰਦੇ ਹਾਂ ਵੀ ਇਹੋ ਜਿਹੇ ਮੁਲਾਜ਼ਮਾਂ ਨੂੰ ਸਾਡੇ ਨਾਭੇ ਸਦਰ ਦੇ ਵਿੱਚ ਰਹਿਣਾ ਨਹੀਂ ਚਾਹੀਦਾ। ਠੀਕ ਹੈ, ਉਹ ਆਪਦੇ ਆਪ ਬਦਲੀ ਕਰਾ ਜਾਣ ਤਾਂ ਬਹੁਤ ਚੰਗੀ ਗੱਲ ਹੈ, ਠੀਕ ਹੈ। ਨਹੀਂ ਅਸੀਂ ਜਿੱਥੇ ਤੱਕ ਸਤੋਂ ਜਾਇਜ਼ ਜਾਊ ਜਾਵਾਂਗੇ, ਠੀਕ ਸਾਨੂੰ ਕੋਈ ਡਰ ਨਹੀਂ, ਸਾਨੂੰ ਕੋਈ ਭੈ ਨਹੀਂ। ਠੀਕ ਹੈ ਜੀ, ਠੀਕ ਹੈ। ਹਾਂਜੀ ਤੁਹਾਨੂੰ ਦਰਸ਼ਕੋ ਦਿਖਾ ਰਹੇ ਸੀ ਜੀ ਏਵਨ ਨਿਊਜ਼ ਪੰਜਾਬੀ ਚੈਨਲ ਤੇ ਜੋ ਮੌਜੂਦਾ ਸਰਪੰਚ ਨੇ ਇਸ ਟਾਈਮ ਸਾਰੇ ਆਪਦੀਆਂ ਮਤਲਬ ਮੁਸ਼ਕਲਾਂ ਦੱਸ ਰਹੇ ਨੇ। ਦੇਖ ਸਕਦੇ ਤੁਸੀਂ ਜੋ ਇਕੱਠ ਹੋਇਆ ਇਸ ਟਾਈਮ, ਕਿੰਨੇ ਸਰਪੰਚ ਨੇ, ਕਿੰਨੇ ਪਿੰਡਾਂ ਤੋਂ ਆਏ ਨੇ, ਉਹਨਾਂ ਨੇ ਆਪੋ ਆਪਣੀਆਂ ਮੁਸ਼ਕਲਾਂ ਦੱਸੀਆਂ ਨੇ। ਦੇਖ ਰਹੇ ਹੋ ਤੁਸੀਂ, ਇਹ ਮੰਗ ਕਰ ਰਹੇ ਨੇ ਪ੍ਰਸ਼ਾਸਨ ਤੋਂ ਤੇ ਵੀ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ। ਨਾਭਾ ਤੋਂ ਬਲਜਿੰਦਰ ਸਿੰਘ ਮਾਨ ਦੀ ਰਿਪੋਰਟ।